ਪਿਆਰੇ ਦੋਸਤੋ, ਤਰਕਸ਼ੀਲ ਮੈਗਜ਼ੀਨ ਦਾ ਮਈ ਜੂਨ 2022 ਅੰਕ ਮੇਰੇ ਹੱਥ ਦੇ ਵਿੱਚ ਹੈ। ਨਵਾਂ ਅੰਕ ਆਇਆ ਹੈ, ਬੜਾ ਖੂਬਸੂਰਤ ਬਣਾਇਆ ਹੈ। ਪੜ੍ਹਦਿਆਂ ਪੜ੍ਹਦਿਆਂ ਮੈਨੂੰ ਲੱਗਿਆ ਕਿ ਇੱਕ ਬਹੁਤ ਦਿਲਚਸਪ ਲੇਖ ਹੈ ਇਹਦੇ 'ਚ। ਇਹ ਸਫਾ 5 ਤੇ ਹੈ। ਤੁਹਾਡੇ ਨਾਲ ਸਾਂਝਾ ਕਰਦਾ ਕਿ ਸਫਾ 5 ਤੇ ਸੁਰੇਸ਼ ਰਤਨ ਹੋਰਾਂ ਦਾ ਲਿਖਿਆ। ਇਹ ਲੇਖ ਦਰਅਸਲ ਕੋਵਿਡ ਦੇ ਦੌਰਾਨ ਲਿਖਿਆ ਗਿਆ ਸੀਗਾ। ਆਪਾਂ ਸਾਰੇ ਲੋਕ ਉਦੋਂ ਬਹੁਤ ਪਰੇਸ਼ਾਨੀ ਦੇ ਵਿੱਚ ਸੀਗੇ ਕਿ ਕੀ ਬਣੂਗਾ। ਉਹਨਾਂ ਨੇ ਉਸ ਟਾਈਮ ਇੱਕ ਲੇਖ ਲਿਖਿਆ ਕਿ ਕੀ ਤਣਾਅ ਫਾਇਦੇਮੰਦ ਵੀ ਹੁੰਦਾ। ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਪੂਰੀ ਸੀਰੀਜ਼ ਬਣਾਈ ਫੇਸਬੁੱਕ ਦੇ ਉੱਤੇ, ਜਿਵੇਂ ਸ਼ਾਮ ਸੁੰਦਰ ਦੀਪਤੀ ਹੋਰਾਂ ਨੇ ਕੰਮ ਕੀਤਾ ਸੀ ਨਾ, ਉਸੇ ਤਰਜ਼ ਦੇ ਉੱਤੇ। ਤੇ ਜਿਹੜੇ ਲੋਕ ਪੜ੍ਹਨ ਲਿਖਣ ਵਾਲੇ ਨੇ ਉਹ ਡਾਕਟਰ ਸੁਰੇਸ਼ ਰਤਨ ਹੋਰਾਂ ਨੂੰ ਪਹਿਲਾਂ ਹੀ ਮੇਰੇ ਖਿਆਲ ਹੈ ਕਿ ਕਾਫੀ ਜਾਣਦੇ ਹੋਣਗੇ। ਉਹ ਦਰਅਸਲ ਜੀਵ ਵਿਗਿਆਨੀ ਕਹਿ ਸਕਦੇ, ਬਾਇਓਲੋਜੀਕਲ ਜਿਹੜੀਆਂ ਚੇਂਜਿਸ ਨੇ ਮਨੁੱਖ ਦੀਆਂ, ਉਹਨਾਂ ਨੂੰ ਸਟੱਡੀ ਕਰਨ ਵਾਲੇ ਮਨੁੱਖ ਨੇ। ਪੰਜਾਬ ਦੇ ਵੱਡੇ ਥਿੰਕਰ ਨੇ, ਡੈਨਮਾਰਕ 'ਚ ਰਹਿੰਦੇ ਨੇ। ਪਰਿਵਾਰ ਹੀ ਸਾਰਾ ਇਸ ਤਰ੍ਹਾਂ ਦਾ ਹੈਗਾ। ਤੇ ਜਿਨ੍ਹਾਂ ਨੇ ਉਹਨਾਂ ਦੀ ਕਿਤਾਬ ਬਾਬਾ ਕਿੱਥੇ ਗਏ ਪੜ੍ਹੀ ਹੈ, ਬਹੁਤਿਆਂ ਨੂੰ ਤਾਂ ਐਂ ਲੱਗਦਾ ਕਿ ਸੁਰੇਸ਼ ਰਤਨ ਹੋਰਾਂ ਦੀ ਇਹ ਕਿਤਾਬ ਬੜੀ ਪ੍ਰਸਿੱਧ ਹੋਈ ਹੈ, ਬਾਬਾ ਕਿੱਥੇ ਗਏ। ਉਹਦੇ ਵਿੱਚ ਉਹਨਾਂ ਨੇ ਇੱਕ ਮਨੁੱਖ ਦੇ ਉੱਤੇ ਗੱਲ ਕੀਤੀ ਹੈ ਕਿ ਬੰਦਾ ਕੀ ਕਾਰਨ ਨੇ, ਕੀ ਬਾਇਓਲੋਜੀਕਲ ਚੇਂਜਿਸ ਨੇ ਕਿ ਬੰਦਾ ਜਦੋਂ ਬੱਚਾ ਦੇ ਤੌਰ 'ਤੇ ਜੰਮਦਾ ਹੈ, ਵੱਡਾ ਹੁੰਦਾ ਹੈ, ਅਤੇ ਅਖੀਰ ਦੇ ਵਿੱਚ ਬਾਬਾ ਇਸ ਧਰਤੀ ਤੋਂ ਚਲਿਆ ਜਾਂਦਾ ਹੈ। ਅਤੇ ਬਾਬਾ ਕਿੱਥੇ ਗਏ, ਕੀ ਚੇਂਜਿਸ ਆਉਂਦੀਆਂ ਨੇ। ਸਾਇੰਟੀਫਿਕ ਚੀਜ਼ਾਂ ਨੂੰ ਪੁੱਟ ਕਰਨ ਦੇ ਵਿੱਚ ਇਹਨਾਂ ਦੀ ਬੜੀ ਮੁਹਾਰਤ ਹੈ। ਮੇਰਾ ਜੀਅ ਕੀਤਾ ਵੈ ਕਿ ਤੁਹਾਨੂੰ ਇਹ ਲੇਖ ਬੋਲ ਕੇ ਪੜ੍ਹਦੇ ਹਾਂ। ਕਈਆਂ ਨੂੰ ਪੜ੍ਹਨ ਦੀ ਦਿੱਕਤ ਹੁੰਦੀ ਹੈ, ਕਈਆਂ ਨੂੰ ਸ਼ੇਅਰ ਕਰਨ ਦੀ ਦਿੱਕਤ ਹੁੰਦੀ ਹੈ। ਮੇਰਾ ਖਿਆਲ ਹੈ ਕਿ ਤੇ ਆਪਾਂ ਚਰਚਾ ਕਰਾਂਗੇ, ਚੰਗਾ ਰਹੂਗਾ ਕਿ ਕੀ ਤਣਾਅ ਫਾਇਦੇਮੰਦ ਵੀ ਹੁੰਦਾ। ਆਪਾਂ ਸਾਰੇ ਮੰਨਦੇ ਹਾਂ ਕਿ ਟੈਨਸ਼ਨ ਮਾੜੀ ਹੁੰਦੀ ਹੈ। ਬਈ ਟੈਨਸ਼ਨ ਤਾਂ ਮਾੜੀ ਓ ਹੁੰਦੀ ਹੈ। ਟੈਨਸ਼ਨ ਦੇ ਨਾਲ ਬੰਦੇ ਦਾ ਜਿਹੜਾ ਹੈਗਾ ਭਵਿੱਖ, ਬੰਦੇ ਦਾ ਸਰੀਰ ਵੀ ਕੱਟਦਾ ਹੈ। ਜੇ ਡਾਕਟਰ ਸੁਰੇਸ਼ ਰਤਨ ਕਹਿੰਦੇ ਨੇ ਕਿ ਕੀ ਤਣਾਅ ਫਾਇਦੇਮੰਦ ਵੀ ਹੁੰਦਾ ਹੈ, ਤਾਂ ਮੇਰੇ ਖਿਆਲ ਆ ਕਿ ਆਪਾਂ ਨੂੰ ਜ਼ਰੂਰ ਇਹਨੂੰ ਪੜ੍ਹ ਲੈਣਾ, ਸਮਝ ਲੈਣਾ ਚਾਹੀਦਾ ਹੈ। ਮੈਂ ਤਾਂ ਲੇਖ ਪੜ੍ਹ ਦਿੰਦਾ, ਤੁਹਾਨੂੰ ਚੰਗਾ ਲੱਗੂਗਾ। ਡਾਕਟਰ ਸਾਹਿਬ ਲਿਖਦੇ ਨੇ ਕਿ ਰੋਜ਼ਾਨਾ ਜ਼ਿੰਦਗੀ ਦੇ ਰੂਟੀਨ ਵਿੱਚ ਅਸੀਂ ਤਣਾਅ, ਉਹ ਲਿਖਦੇ ਨੇ ਕਿ ਰੋਜ਼ਾਨਾ ਜ਼ਿੰਦਗੀ ਦੇ ਰੂਟੀਨ ਨੂੰ ਅਸੀਂ ਤਣਾਅ ਨਹੀਂ ਕਹਿੰਦੇ। ਤਣਾਅ ਹੁੰਦਾ ਸਟਰੈਸ। ਤਾਂ ਜਦੋਂ ਸਾਡਾ ਸਰੀਰ ਖਾਸ ਕਰਕੇ ਇਸ ਤਰ੍ਹਾਂ ਪ੍ਰਤੀਕਿਰਿਆ ਦੇਵੇ, ਪੜ੍ਹੀਏ ਫਿਰ। ਉਹ ਲਿਖਦੇ ਨੇ ਕਿ ਰੋਜ਼ਾਨਾ ਜ਼ਿੰਦਗੀ ਦੇ ਰੂਟੀਨ ਨੂੰ ਅਸੀਂ ਤਣਾਅ ਨਹੀਂ ਕਹਿੰਦੇ, ਟੈਨਸ਼ਨ ਨਹੀਂ ਕਹਿੰਦੇ। ਟੈਨਸ਼ਨ ਕੀ ਹੁੰਦੀ ਹੈ, ਸਟਰੈਸ ਕੀ ਹੁੰਦਾ। ਸਟਰੈਸ ਖਾਸ ਕਰਕੇ ਸ਼ਬਦ ਵਰਤਿਆ ਉਹਨਾਂ ਨੇ। ਸਟਰੈਸ ਹੁੰਦਾ ਹੈ ਕਿ ਜਦੋਂ ਸਾਡਾ ਸਰੀਰ ਖਾਸ ਤਰ੍ਹਾਂ ਨਾਲ ਪ੍ਰਤੀਕਿਰਿਆ ਦੇਵੇ। ਸਾਡੇ ਜਿਉਂਦੇ ਰਹਿਣ ਦੀ ਸ਼ਕਤੀ, ਜਿਹਨੂੰ ਮੈਂ ਹੋਮਿਓਡਾਇਨਾਮਿਕ ਸਪੇਸ ਕਹਿੰਦਾ ਹਾਂ, ਉਸ ਦਾ ਜ਼ਰੂਰੀ ਹਿੱਸਾ ਹੈ ਕਿ ਅਸੀਂ ਆਪਣੇ ਅੰਦਰਲੇ ਅਤੇ ਬਾਹਰਲੇ ਤਣਾਅ ਨਾਲ ਸਿੱਝਦੇ ਕਿਵੇਂ ਹਾਂ, ਅਤੇ ਉਸ ਦਾ ਸਾਡੇ ਸਰੀਰ ਨੂੰ ਕੀ ਫਾਇਦਾ ਹੁੰਦਾ ਜਾਂ ਕੀ ਨੁਕਸਾਨ ਹੁੰਦਾ। ਤਣਾਅ ਜਿਹੜਾ ਹੈ ਉਹ ਸਿਰਫ ਮਾਨਸਿਕ ਨਹੀਂ ਹੁੰਦਾ। ਜਦੋਂ ਅਸੀਂ ਕਸਰਤ ਕਰਦੇ ਹਾਂ ਤਾਂ ਸਰੀਰਕ ਤਣਾਅ ਦੇ ਵਿੱਚੋਂ ਲੰਘਦੇ ਹਾਂ। ਸੈਂਕੜੇ ਸਾਲਾਂ ਤੋਂ ਇਹ ਅਨੁਭਵ ਕੀਤਾ ਗਿਆ ਕਿ ਕਸਰਤ ਦਾ ਸਰੀਰ ਨੂੰ ਫਾਇਦਾ ਹੁੰਦਾ ਹੈ। ਪਰ ਇਹ ਫਾਇਦਾ ਕਿਉਂ ਹੁੰਦਾ ਹੈ? ਇਸ ਦੀ ਸਮਝ ਵਿਗਿਆਨ ਦੀ ਬਦੌਲਤ ਪਿਛਲੇ 25-30 ਸਾਲਾਂ ਵਿੱਚ ਹੀ ਆਈ ਹੈ। ਸਾਇੰਸ ਦਾ ਇੱਕ ਉਦੇਸ਼ ਇਹ ਵੀ ਹੈ ਕਿ ਸਾਇੰਸ ਦਾ ਗਿਆਨ ਸਮਾਜ ਦੀ ਆਮ ਸਮਝ ਬਣ ਜਾਵੇ। ਪਰ ਹਰ ਆਮ ਸਮਝ ਸਾਇੰਸ ਤਾਂ ਨਹੀਂ ਨਾ ਹੁੰਦੀ। ਉਸ ਵਿੱਚ ਬਹੁਤ ਕੁਝ ਅਟਕਲ ਬੱਚੂ ਹੁੰਦਾ ਹੈ। ਇਹ ਦੇਖਿਆ ਗਿਆ ਕਿ ਕਿ ਜਦੋਂ ਅਸੀਂ ਕਸਰਤ ਕਰ ਰਹੇ ਹੁੰਦੇ ਹਾਂ
ਜਦ ਦੌੜ ਰਹੇ ਹੁੰਦੇ ਆ ਤਾਂ ਸਾਡੇ ਸਰੀਰ ਦਾ ਬਹੁਤ ਨੁਕਸਾਨ ਹੋ ਰਿਹਾ ਹੁੰਦਾ ਹੈ। ਕਸਰਤ ਦੌਰਾਨ ਕੀਤੇ ਟੈਸਟਾਂ ਤੋਂ ਇਹ ਪਤਾ ਚੱਲਿਆ ਕਿ ਕਸਰਤ ਸਭ ਤੋਂ ਬੁਰੀ ਚੀਜ਼ ਹੈ ਜੋ ਅਸੀਂ ਸਰੀਰ ਦੇ ਨਾਲ ਕਰ ਰਹੇ ਹੁੰਦੇ ਹਾਂ, ਸਰੀਰ ਨਾਲ। ਇਹ ਵਿਰੋਧਾਭਾਸ ਹੌਰਮੇਸਿਸ ਨਾਲ ਸਮਝ ਆਇਆ ਕਿ ਕਈ ਵਾਰ ਤਣਾਅ ਚੰਗਾ ਵੀ ਹੁੰਦਾ ਹੈ। ਜਦੋਂ ਹੀ ਕੋਈ ਤਣਾਅ ਆਉਂਦਾ ਹੈ, ਸਾਡੇ ਸਰੀਰ ਦੀ ਪਹਿਲੀ ਕੋਸ਼ਿਸ਼ ਉਸ ਤਣਾਅ ਦੇ ਅਸਰ ਨੂੰ ਖਤਮ ਕਰਨ ਦੀ ਹੁੰਦੀ ਹੈ। ਠੀਕ ਹੈ ਨਾ? ਇਹ ਰੱਖਿਆਤਮਕ ਪਹਿਲੂ ਹੈ। ਸੱਟ ਲੱਗਣ ਤੇ ਜਾਂ ਕੁਝ ਲੜ ਜਾਣ ਤੋਂ ਬਾਅਦ ਹੋਣ ਵਾਲੀ ਸੋਜਿਸ਼ ਇਸੇ ਰੱਖਿਆਤਮਕ ਪ੍ਰਤੀਕਿਰਿਆ ਦਾ ਸਿੱਟਾ ਹੁੰਦੀ ਹੈ। ਤਣਾਅ ਵਿਰੁੱਧ ਸਰੀਰ 3 ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੰਦਾ ਹੈ। ਕਿੰਨੀ ਤਰ੍ਹਾਂ ਦੀਆਂ? 3 ਤਰ੍ਹਾਂ ਦੀਆਂ। ਪਹਿਲੀ ਹੈਗੀ ਹੈ ਕਿ ਰੱਖਿਆ ਲਈ ਲੜਨ ਦਾ ਡਟ ਜਾਣਾ ਤਾਂ ਕਿ ਤਣਾਅ ਤੋਂ ਮੁਕਤ ਹੋਇਆ ਜਾ ਸਕੇ। ਦੂਜਾ ਹੈਗਾ ਤਣਾਅ ਤੋਂ ਭੱਜ ਜਾਣਾ। ਤੀਜਾ ਹੈ ਸੁੰਨ ਹੋ ਜਾਣਾ। ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ, ਸਰੀਰਕ, ਮਾਨਸਿਕ ਜਾਂ ਬਾਇਓਲੋਜੀਕਲ ਆਦਤ ਨੂੰ ਅਸੀਂ ਤਣਾਅ ਨਹੀਂ ਕਹਿੰਦੇ। ਤਣਾਅ ਉਹ ਹੁੰਦਾ ਜਦੋਂ ਸਾਡੇ ਸਰੀਰ ਦਾ ਨੁਕਸਾਨ ਕਰ ਸਕਦਾ ਹੋਵੇ। ਜੇਕਰ ਸਾਡੇ ਜਿਉਣ ਲਈ ਕੀਤੀ ਰੱਖਿਆਤਮਕ ਸਰਗਰਮੀ ਨਾ ਹੋਵੇ, ਕਸਰਤ ਜਾਂ ਕਿਸੇ ਵੀ ਤਣਾਅ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਸਾਡਾ ਸਰੀਰ ਸਰਗਰਮ ਹੁੰਦਾ ਹੈ, ਤਾਂ ਸਾਡੇ ਜਿਉਂਦੇ ਰਹਿਣ ਦੀ ਸਮਰੱਥ ਹੋਣ ਵਾਲੀਆਂ ਸ਼ਕਤੀਆਂ ਨੂੰ ਬਲ ਮਿਲਦਾ ਹੈ, ਤਾਕਤ ਮਿਲਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਕੋਈ 7 ਤਰ੍ਹਾਂ ਦੇ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। 7 ਤਰ੍ਹਾਂ ਦੇ ਤਣਾਅ ਦਾ। ਸੂਰਜੀ ਰੋਸ਼ਨੀ ਜਾਂ ਕੋਈ ਬਾਹਰੀ ਐਕਸੀਡੈਂਟ ਕਿਸੇ ਸੈੱਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਸੈਂਕੜੇ ਜੀਨਸ ਉਹਦੇ ਖਿਲਾਫ ਖੜੇ ਹੋ ਜਾਂਦੇ ਆ। ਇਸ ਤਰ੍ਹਾਂ ਥੋੜੇ ਸਮੇਂ ਬਾਅਦ ਆਉਣ ਵਾਲਾ ਥੋੜਾ ਤਣਾਅ ਸਰੀਰ ਨੂੰ ਵਧੇਰੇ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ। ਪੱਛਮ ਦੇ ਦੇਸ਼ਾਂ ਵਿੱਚ ਇੱਕ ਸਮਾਂ ਐਸਾ ਵੀ ਆਇਆ ਕਿ ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਸਫਾਈ ਤੇ ਜ਼ੋਰ ਦਿੱਤਾ। ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਸਫਾਈ ਤੇ ਜ਼ੋਰ ਦਿੱਤਾ, ਦੇਖਿਆ ਗਿਆ ਕਿ ਉਹ ਬੱਚੇ ਜੋ ਬਹੁਤ ਹੀ ਬਚਾਓ ਵਾਲੇ ਵਾਤਾਵਰਣ 'ਚ ਹੁੰਦੇ ਨੇ, ਵੱਡੇ ਹੋ ਕੇ ਬਾਹਰ ਵਿਚਰਨ ਲੱਗੇ ਤਾਂ ਉਹਨਾਂ ਨੂੰ ਦੂਜੇ ਬੱਚਿਆਂ ਨਾਲੋਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਵੱਧ ਸਾਹਮਣਾ ਕਰਨਾ ਪਿਆ, ਕਿਉਂਕਿ ਉਹਨਾਂ ਨੂੰ ਉਹ ਛੋਟੇ ਤਣਾਅ ਜਿਨ੍ਹਾਂ ਨੇ ਉਹਨਾਂ ਦੀ ਰੱਖਿਆ ਪ੍ਰਣਾਲੀ ਮਜ਼ਬੂਤ ਕਰਨੀ ਸੀ, ਉਹ ਮਿਲੇ ਹੀ ਨਹੀਂ। ਇਹ ਹੈ ਹੌਰਮੇਸਿਸ ਦਾ ਸਿਧਾਂਤ। ਥੋੜਾ ਤੇ ਵਾਰ-ਵਾਰ ਤਣਾਅ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ। ਕਈ ਵਾਰ ਆਪਾਂ ਜਵਾਕਾਂ ਨੂੰ ਕਹਿੰਦੇ ਹਾਂ ਕਿ ਉਹਨਾਂ ਨੇ ਬਾਹਰ ਨਹੀਂ ਜਾਣਾ, ਠੰਡ 'ਚ ਨਹੀਂ ਲੈ ਕੇ ਜਾਣਾ, ਇਹਨੇ ਉਹ ਸਰੀਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਚੱਲਣਾ। ਡਾਕਟਰ ਸਾਹਿਬ ਅੱਗੇ ਲਿਖਦੇ ਆ ਕਿ ਸਾਡੇ ਸਰੀਰ ਦੇ ਅਲੱਗ-ਥਲੱਗ ਪ੍ਰਬੰਧ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਸਾਨੂੰ ਪਤਾ ਹੈ ਕਿ ਤਣਾਅ ਦੇ 2 ਰੂਪ 6 ਸਫ਼ੇ ਤੇ ਆ ਗਏ ਆਪਾਂ ਦੇਖਣ ਵਿੱਚ ਆਉਂਦੇ ਹਨ। ਇੱਕ ਤੇ ਹੈਗਾ ਹਾਂ ਪੱਖੀ, ਦੂਸਰਾ ਹੈਗਾ ਨਾ ਪੱਖੀ। ਤਣਾਅ ਦੇ ਨਾਂਹਵਾਚਕ ਰੂਪ ਬਾਰੇ ਤਾਂ ਸਾਡੇ ਕੋਲ ਬਹੁਤ ਸਾਰੀ ਜਾਣਕਾਰੀ ਉਪਲਬਧ ਹੈਗੀ ਹੈ, ਪਰ ਤਣਾਅ ਦੇ ਹਾਂਵਾਚਕ ਰੂਪ ਬਾਰੇ ਸਾਡੇ 'ਚੋਂ ਬਹੁਤਿਆਂ ਨੂੰ ਘੱਟ ਪਤਾ ਹੁੰਦਾ ਜਾਂ ਨਹੀਂ ਪਤਾ ਹੁੰਦਾ। ਤਣਾਅ ਦੀ ਹਾਂਵਾਚਕ ਰੂਪ ਹੀ ਹੌਰਮੇਸਿਸ ਦਾ ਆਧਾਰ ਬਣਦਾ ਹੈ। ਤਣਾਅ ਇੱਕ ਸਿੱਟਾ ਹੈ। ਕਹਿੰਦੇ ਕਿ ਤਣਾਅ ਇੱਕ ਸਿੱਟਾ ਹੈ, ਰਿਜ਼ਲਟ ਹੈ। ਅਸਲ ਵਿੱਚ ਇਸ ਤੋਂ ਬਗੈਰ ਜ਼ਿੰਦਗੀ ਜਿਉਣੀ ਸੰਭਵ ਹੀ ਨਹੀਂ ਹੁੰਦੀ। ਤਣਾਅ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ। ਤਣਾਅ ਮੁਤਾਬਕ ਆਪਣੇ ਆਪ ਨੂੰ ਢਾਲ ਲੈਣਾ ਹੀ ਜ਼ਿੰਦਗੀ ਨੂੰ ਜਿਉਣ ਜੋਗਾ ਬਣਾਉਣਾ ਹੈ। ਤਣਾਅ ਦਾ ਲਫ਼ਜ਼ ਥੋੜਾ ਉਲਝਣ ਪੈਦਾ ਕਰਦਾ ਹੈ। ਆਪਾਂ ਸਾਰਿਆਂ ਨੂੰ ਟੈਨਸ਼ਨ ਇਹ ਵੋ ਕਰਕੇ ਨਾ ਇੱਕੋ ਸ਼ਬਦ 'ਚ ਬੰਨ੍ਹ ਦਿੰਦੇ ਹਾਂ। ਉਹ ਲਿਖਦੇ ਨੇ ਕਿ ਤਣਾਅ ਦਾ ਸ਼ਬਦ ਲਫ਼ਜ਼ ਥੋੜ੍ਹੀ ਉਲਝਣ ਪੈਦਾ ਕਰਦਾ। ਇੱਕ ਤਣਾਅ ਤਾਂ ਉਹ ਹੁੰਦਾ ਜਿਹੜਾ ਤਣਾਅ ਨੂੰ ਪੈਦਾ ਕਰਦਾ। ਅਸੀਂ ਦੋਹਾਂ ਨੂੰ ਇੱਕੋ ਸਮਝ ਲੈਂਦੇ ਹਾਂ। ਇੱਕ ਹੁੰਦਾ ਤਣਾਅ, ਕਹਿੰਦੇ ਇੱਕ ਤਣਾਅ ਨੂੰ ਪੈਦਾ ਕਰਨ ਵਾਲਾ।
ਅਸੀਂ ਦੋਹਾਂ ਨੂੰ ਇੱਕੋ ਹੀ ਸਮਝ ਬੈਠਦੇ ਹਾਂ, ਮਸਲਨ ਆਕਸੀਜਨ ਤਣਾਅ ਤਾਂ ਨਹੀਂ ਹੈ। ਆਕਸੀਜਨ ਤਣਾਅ ਪੈਦਾ ਕਰ ਸਕਦੀ ਹੈ। ਭੋਜਨ ਆਪਣੇ ਆਪ 'ਚ ਤਣਾਅ ਤਾਂ ਨਹੀਂ ਹੈ, ਭੋਜਨ ਤਣਾਅ ਪੈਦਾ ਕਰ ਸਕਦਾ ਹੈ। ਇੰਜ ਪਹਿਲਾ ਸਵਾਲ ਤਾਂ ਇਹ ਹੈਗਾ ਕਿ ਤਣਾਅ ਨੂੰ ਪਰਿਭਾਸ਼ਿਤ ਕਿੰਜ ਕਰੀਏ, ਦੀ ਡੈਫੀਨੀਸ਼ਨ ਕੀ ਹੋਵੇ। ਤਣਾਅ ਉਹ ਪ੍ਰਕਿਰਿਆ ਹੈ, ਸਟ੍ਰੈਸ ਜਿਹਨੂੰ ਕਹਿੰਦੇ ਆਪਾਂ ਅੰਗਰੇਜ਼ੀ 'ਚ। ਤਣਾਅ ਉਹ ਪ੍ਰਕਿਰਿਆ ਹੈ ਜੋ ਸਾਡੇ ਅੰਦਰ ਕੋਈ ਆਰਜੀ ਜਾਂ ਪੱਕੀ ਤਬਦੀਲੀ ਲਿਆ ਦੇਵੇ, ਜਿਸ ਦੇ ਅਸਰ ਨੂੰ ਘਟਾਉਣ ਜਾਂ ਖਤਮ ਕਰਨ ਲਈ ਸਾਡੇ ਸਰੀਰ ਨੂੰ ਹੋਰ ਵਾਧੂ ਕੰਮ ਕਰਨਾ ਪਵੇ। ਤਣਾਅ ਸਾਡੇ ਸਰੀਰ ਜਾਂ ਸਾਡੇ ਮਨ ਤੇ ਸਰੀਰਕ, ਮਾਨਸਿਕ ਤੇ ਮਨੋਵਿਗਿਆਨਕ ਉਤੇਜਨਾਵਾਂ ਦੀ ਮੋੜਵੀਂ ਪ੍ਰਤੀਕਿਰਿਆ ਹੁੰਦੀ ਹੈ। ਡਾਕਟਰ ਸਾਹਿਬ ਲਿਖਦੇ ਹੈ ਕਿ ਅੰਗਰੇਜ਼ੀ ਦੀ ਇੱਕ ਪ੍ਰਸਿੱਧ ਕਹਾਵਤ ਹੈ, ਗ੍ਰਹਿਣ ਕੀਤੀ ਮਾਤਰਾ ਹੀ ਫੈਸਲਾ ਕਰਦੀ ਹੈ ਕਿ ਜ਼ਹਿਰ ਕੀ ਹੈ। ਜਾਣੀ ਜ਼ਹਿਰ ਜਿਹੜੀ ਹੈ ਉਹਦੀ ਕਿੰਨੀ ਕੁਆਂਟੀਟੀ ਲਈ ਹੈ, ਉਹ ਤੈਅ ਕਰਦੀ ਹੈ ਕਿ ਜ਼ਹਿਰ ਹੈ ਕੀ। ਡੋਜ਼ ਡਿਟਰਮਨਸ ਦਾ ਪੋਇਜ਼ਨ। ਇਸ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ। ਇੱਕ ਮਿਸਾਲ ਇਹ ਹੈਗਾ ਕਿ ਐਂਟੀਬਾਇਓਟਿਕ ਦਵਾਈਆਂ ਜੋ ਰੋਗਾਂ ਦੇ ਬੈਕਟੀਰੀਆ ਨੂੰ ਮਾਰਦੀਆਂ ਨੇ, ਪਰ ਜੇ ਲੋੜ ਤੋਂ ਘੱਟ ਲਈਆਂ ਜਾਣ ਜਾਂ ਡਾਕਟਰ ਵੱਲੋਂ ਦੱਸਿਆ ਇਹਨਾਂ ਦਾ ਕੋਰਸ ਵਿਚਾਲੇ ਹੀ ਛੱਡ ਦਿੱਤਾ ਜਾਵੇ, ਤਾਂ ਇਹ ਰੋਗ ਨੂੰ ਠੀਕ ਕਰਨ ਦੀ ਥਾਂ ਐਂਟੀਬਾਇਓਟਿਕ ਦਵਾਈਆਂ ਕਈ ਵਾਰ ਰੋਗ ਨੂੰ ਵਧਾਉਣ ਦੇ ਵਿੱਚ ਮਦਦ ਕਰਦੀਆਂ ਨੇ। ਆਪਾਂ ਐਂਟੀਬਾਇਓਟਿਕ ਲੈਂਦੇ ਹਾਂ, ਕਹਿੰਦੇ ਹਾਂ ਕਿ ਚਲੋ ਯਾਰ ਡਾਕਟਰ ਨੇ 5 ਦਿਨ ਕਿਹਾ, ਬੁਖਾਰ ਉਤਰ ਗਿਆ, 2 ਦਿਨ ਲੈ ਕੇ ਛੱਡ ਦਿਓ। ਡਾਕਟਰ ਸਾਹਿਬ ਕਹਿੰਦੇ ਵੀ ਇਹਦੇ ਨਾਲੋਂ ਐਂਟੀਬਾਇਓਟਿਕ ਦਵਾਈਆਂ ਨੇ ਜਿਹੜੀਆਂ, ਇਹ ਕਈ ਵਾਰ ਰੋਗ ਨੂੰ ਵਧਾਉਣ 'ਚ ਮਦਦ ਕਰਦੀਆਂ ਨੇ। ਇਹੀ ਗੱਲ ਕੈਂਸਰ ਦੀਆਂ ਦਵਾਈਆਂ 'ਤੇ ਵੀ ਬਿਨ ਲਾਗੂ ਹੁੰਦੀ ਹੈ। ਕਿਸੇ ਹੱਦ ਤੱਕ ਦਵਾਈਆਂ ਕੈਂਸਰ ਦੇ ਸੈੱਲਾਂ ਨੂੰ ਮਾਰਦੀਆਂ ਨੇ, ਬਿਲਕੁਲ, ਪਰ ਲੋੜੀਂਦਾ ਮਾਤਰਾ ਤੋਂ ਘੱਟ ਮਾਤਰਾ ਵਿੱਚ ਲਈਆਂ ਇਹ ਦਵਾਈਆਂ ਕੈਂਸਰ ਨੂੰ ਵਧਾਉਣ 'ਚ ਮਦਦ ਵੀ ਕਰਦੀਆਂ ਨੇ। ਇਹ ਨਵੀਂ ਗੱਲ ਹੈ ਵੈਸੇ। ਇਸ ਤਰ੍ਹਾਂ ਨਕਲੀ ਦਵਾਈਆਂ ਵੀ ਰੋਗਾਂ ਨੂੰ ਖਤਮ ਕਰਨ ਦੀ ਥਾਂ ਉਹਨੂੰ ਵਧਾਉਣ 'ਚ ਮਦਦ ਕਰਦੀਆਂ ਨੇ। ਇੱਥੇ ਹਾਰਮੇਸਿਸ ਦਾ ਸੰਕਲਪ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਕਿਵੇਂ ਹਲਕਾ ਜਿਹਾ ਤਣਾਅ, ਮੋਡਰੇਟ ਸਟ੍ਰੈਸ ਜਿਹਨੂੰ ਕਹਿੰਦੇ ਆ, ਉਹ ਸਿਹਤ ਲਈ ਉਪਯੋਗੀ ਸਿੱਧ ਹੁੰਦਾ ਹੈ। ਇਸ ਸੰਦਰਭ ਵਿੱਚ ਕਾਫੀ ਖੋਜ ਕਾਰਜ ਹੋਇਆ ਹੈ। ਸਰੀਰਕ ਕਸਰਤ ਦੇ ਫਾਇਦੇ ਇਸੇ ਹਾਰਮੇਸਿਸ ਕਰਕੇ ਹੀ ਹੁੰਦੇ ਨੇ। ਮੈਂ ਵੀ ਆਪਣੀ ਪ੍ਰਯੋਗਸ਼ਾਲਾ ਦੇ ਵਿੱਚ ਤਣਾਅ ਸੰਬੰਧੀ ਕੀਤੇ ਪ੍ਰਯੋਗਾਂ ਤੇ ਪ੍ਰਾਪਤ ਸਿੱਟਿਆਂ ਦੀ ਇਹ ਗੱਲ ਸਾਂਝੀ ਕਰਦਾ ਹਾਂ। ਸਾਲ 1997-98 ਦੇ ਨੇੜੇ ਤੇੜੇ ਮੈਂ ਚਮੜੀ ਦੇ ਸੈੱਲ ਲੈ ਕੇ ਉਹਨਾਂ ਦੇ ਨੂੰ ਤਾਪ ਤਣਾਓ, ਹੁਣ ਕਹਿੰਦੇ ਮੈਂ ਆਪਣੀ ਲੈਬੋਰਟਰੀ ਦੇ ਵਿੱਚ ਚਮੜੀ ਦੇ ਸੈੱਲ ਲਏ ਅਤੇ ਉਹਨਾਂ ਨੂੰ ਤਾਪ ਤਣਾਓ ਜਾਣੀ ਥਰਮਲ ਸ਼ੌਕ ਦੇ ਕੇ ਕਿਸੇ ਨਤੀਜੇ 'ਤੇ ਪੁੱਜਣ ਦਾ ਯਤਨ ਕੀਤਾ। ਮੈਂ ਸੈੱਲਾਂ ਨੂੰ ਆਮ ਵਰਤੇ ਜਾਣ ਵਾਲੇ 37 ਡਿਗਰੀ ਜਾਣੀ 37 ਦਰਜੇ ਸੈਲਸੀਅਸ ਤਾਪਮਾਨ 'ਚ, ਜਿਹੜਾ ਮਨੁੱਖ ਦਾ ਨੋਰਮਲੀ ਹੁੰਦਾ ਹੈ, ਕੁਝ ਉੱਪਰ ਤਾਪਮਾਨ ਦੇ ਕੇ ਸਿੱਟਾ ਕੱਢਣਾ ਚਾਹਿਆ, ਸਿੱਟਾ ਦੇਖਣਾ ਚਾਹਿਆ, ਅਤੇ ਮੈਂ 41 ਦਰਜੇ ਸੈਲਸੀਅਸ ਕਰਤਾ ਤਾਪਮਾਨ। ਹਫ਼ਤੇ ਦੇ ਵਿੱਚ 2 ਕੁ ਵਾਰੀ 1 ਘੰਟੇ ਦਾ ਤਾਪ ਝਟਕਾ ਦੇ ਦਿੰਦਾ ਰਿਹਾ। 70-80 ਵਾਰ ਤਾਪ ਦੇ ਝਟਕਿਆ ਦੇਣ ਤੋਂ ਬਾਅਦ ਮੈਂ ਇਹ ਸਿੱਟੇ 'ਤੇ ਪਹੁੰਚਿਆ ਕਿ ਸੈੱਲਾਂ ਉੱਪਰ ਬੁਢਾਪੇ ਦੇ ਚਿੰਨ੍ਹ ਪ੍ਰਗਟ ਨਹੀਂ ਹੋਏ ਹਨ। ਉਹਨਾਂ ਸੈੱਲਾਂ ਦੇ ਬੁਢਾਪੇ ਦੀ ਗਤੀ ਧੀਮੀ ਹੋ ਗਈ ਸੀ, ਸੈੱਲ ਜਵਾਨ ਦਿਸਦੇ ਸੀਗੇ। ਇਹ ਹੈਗਾ ਜੀ ਹਾਰਮੇਸਿਸ ਦਾ ਫਾਇਦਾ। ਵੈਸੇ ਇਹ 'ਤੇ ਬੜੀ ਰਿਸਰਚ ਹੋ ਰਹੀ ਹੈ ਕਿ ਬੰਦਾ ਹੁਣ ਕਹਿੰਦੇ ਵੀ ਬੁੱਢਾ ਹੀ ਨਹੀਂ ਹੁੰਦੇ ਨਾ, ਸ਼ਾਇਦ ਇਹੋ ਜਿਹੇ ਲੋਕ ਲੱਗੇ ਨੇ। ਉਹ ਲਿਖਦੇ ਨੇ ਕਿ ਮੇਰੇ ਇਸ ਤਰ੍ਹਾਂ ਦੇ ਕੀਤੇ ਪ੍ਰਯੋਗਾਂ ਦੀ ਚਰਚਾ ਹੋਣ 'ਤੇ ਹੋਰ ਵਿਗਿਆਨੀਆਂ ਨੇ ਵੀ ਇਸ ਤਰ੍ਹਾਂ ਦੇ ਪ੍ਰਯੋਗਾਂ ਨੂੰ ਹਲਕਾ ਤਣਾਅ ਦੇ ਕੇ ਮੱਖੀਆਂ, ਚੂਹਿਆਂ, ਬਿੱਲੀਆਂ 'ਤੇ ਵੀ ਤਜਰਬੇ ਕੀਤੇ। ਉਹਨਾਂ ਨੇ ਵੀ ਇਹ ਸਿੱਟਾ ਕੱਢਿਆ ਕਿ ਹਲਕਾ ਤਣਾਅ ਦੇਣ ਨਾਲ ਸਰੀਰ ਦੀ ਤੰਦਰੁਸਤੀ ਦੇ ਵਿੱਚ ਨੁਕਸਾਨ ਨਹੀਂ ਹੁੰਦਾ, ਸਗੋਂ ਸੁਧਾਰ ਆਉਂਦਾ ਹੈ ਅਤੇ ਬੁਢਾਪਾ ਆਉਣ ਵਿੱਚ ਥੋੜ੍ਹੀ ਦੇਰ ਪੈ ਜਾਂਦੀ ਹੈ। ਇਸੇ ਤਰ੍ਹਾਂ ਮੱਖੀ ਨੂੰ ਇੱਕ ਮਸ਼ੀਨ ਦੇ ਵਿੱਚ ਰੋਜ਼ਾਨਾ ਤੇਜ਼ ਗਤੀ ਦੇ ਗੇੜੇ ਦੇ ਕੇ ਦੇਖਿਆ। ਜਿਹੜੇ ਦੂਜੇ ਡਾਕਟਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸਾਇੰਟਿਸਟ ਲੱਗੇ, ਉਹ ਕਹਿੰਦੇ ਮੱਖੀ ਨੂੰ ਗੇੜੇ ਦੇ ਕੇ ਦੇਖਿਆ ਤਾਂ ਮੱਖੀ ਦੀ ਉਮਰ ਦੇਖਿਆ ਕਿ ਵੱਧਦੀ ਹੈ। ਇਸੇ ਤਰ੍ਹਾਂ ਘੱਟ ਪੱਧਰ 'ਤੇ ਰੇਡੀਏਸ਼ਨ ਬਾਰ-ਬਾਰ ਦੇਣ ਦੇ ਪ੍ਰਭਾਵ ਨਾਲ ਵੀ ਉਮਰ ਵੱਧਦੀ ਹੈ।
ਇਸ ਦਿਸ਼ਾ ਵਿੱਚ ਕਾਫੀ ਖੋਜ ਕਾਰਜ ਹੋਇਆ ਹੈ। ਇਹ ਖੋਜ ਵੀ ਹੋਈ ਹੈ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਬੰਬ ਸਿੱਟਣ ਤੋਂ ਬਾਅਦ ਜੋ ਬੰਦੇ ਰੇਡੀਏਸ਼ਨ ਦੀ ਘੱਟ ਮਾਰ ਵਿੱਚ ਆਏ ਉਹ ਬਚ ਵੀ ਗਏ, ਤੇ 40-50 ਸਾਲ ਬਾਅਦ ਇਹ ਦੇਖਿਆ ਗਿਆ ਕਿ ਉਹਨਾਂ ਨੂੰ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਹਨ। ਜਿਹੜੀ ਰੇਡੀਏਸ਼ਨ ਪੈਦਾ ਹੋਈ ਨਾ ਐਟਮ ਬੰਬ ਜਦੋਂ ਸਿੱਟਿਆ, ਤਾਂ ਰੇਡੀਏਸ਼ਨ ਦੀ ਮਾਰ 'ਚ ਤਾਂ ਆਏ ਪਰ ਘੱਟ ਆਏ, ਪਰ ਉਹਨਾਂ ਦਾ ਰੇਡੀਏਸ਼ਨ ਦਾ ਇੰਪਰੈਸ਼ਨ ਜਾਂ ਇੰਪੈਕਟ ਇਹ ਬਣਿਆ ਕਿ ਉਹ 40-50 ਸਾਲ ਬਾਅਦ ਇਹ ਦੇਖਿਆ ਗਿਆ ਕਿ ਉਹਨਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਕੰਪੈਰੀਟਿਵ ਘੱਟ ਹੁੰਦੀਆਂ ਨੇ। ਪਾਣੀ ਵਿੱਚ ਜਾਂ ਉਂਝ ਵੀ ਜਦੋਂ ਸਾਹ ਰੋਕ ਕੇ ਆਕਸੀਜਨ ਘਟਾਉਣ ਨਾਲ ਕੁਝ ਸਿਹਤਮੰਦ ਫਾਇਦੇ, ਅੱਗੇ 22 ਸਫ਼ੇ ਤੇ ਹੈ, ਮੈਂ ਉੱਥੇ ਜਾਣਾ। ਹਾਂ, ਹੈਗੇ ਨੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਤਣਾਅ ਦੇ ਕਈ ਰੂਪ ਨੇ। ਤਾਪਮਾਨ ਦੇ ਝਟਕੇ, ਆਕਸੀਜਨ ਕੁਝ ਦੇਰ ਲਈ ਘਟਾ ਦੇਣਾ, ਰੇਡੀਏਸ਼ਨ ਆਦਿ। ਇਸੇ ਤਰ੍ਹਾਂ ਅਸੀਂ ਭੋਜਨ ਬਾਰੇ ਤਣਾਅ ਦੀ ਗੱਲ ਕਰਦੇ ਹਾਂ। ਕੁਝ ਦਿਨਾਂ ਬਾਅਦ ਘੱਟ ਭੋਜਨ ਖਾਣਾ ਜਾਂ ਫਾਕਾ ਕੱਟਣ ਨਾਲ ਵੀ ਫਾਇਦਾ ਹੁੰਦਾ। ਜਿਹੜਾ ਵਰਤ ਰੱਖ ਉਹ ਨਹੀਂ ਕਰੂਏ ਵਾਲਾ ਨਹੀਂ, ਦੂਜਾ ਫਾਇਦਾ ਹੁੰਦਾ ਹੈ। ਬਹੁਤ ਸਾਰਾ ਭੋਜਨ ਜ਼ਹਿਰ ਹੁੰਦਾ ਹੈ, ਕਿਉਂਕਿ ਬੂਟੇ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਨੂੰ ਖਾਵੇ। ਇਸ ਲਈ ਜਾਨਵਰਾਂ ਦੁਆਰਾ ਖਾਧੇ ਜਾਣ ਤੋਂ ਬਚਣ ਲਈ ਉਹਨਾਂ ਵਿੱਚ ਜ਼ਹਿਰ ਪੈਦਾ ਹੋ ਜਾਂਦਾ ਹੈ। ਵੈਰੀ ਗੁੱਡ। ਨਵੀਂ ਗੱਲ ਹੈ ਵੀ, ਉਹ ਕਹਿੰਦੇ ਵੀ ਬੂਟਿਆਂ ਦੇ ਵਿੱਚ ਪਸ਼ੂਆਂ ਦੇ ਖਾਣ ਖਾਤਰ ਬਣੇ ਨੇ। ਉਹ ਨਹੀਂ ਚਾਹੁੰਦੇ ਬੂਟੇ ਕਿ ਸਾਨੂੰ ਮਨੁੱਖ ਖਾਵੇ ਜਾਂ ਹੋਰ ਕੋਈ ਉਹਨਾਂ ਨੂੰ ਖਾਵੇ, ਅਤੇ ਉਹਨਾਂ ਦੇ ਵਿੱਚ ਜਾਨਵਰਾਂ ਦੁਆਰਾ ਖਾਧੇ ਜਾਣ ਤੋਂ ਬਚਣ ਖਾਤਰ ਵੀ ਇੱਕ ਜ਼ਹਿਰ ਪੈਦਾ ਕਰ ਲੈਂਦੇ ਨੇ ਉਹ ਆਪਣੇ ਵਿੱਚ। ਇਹਨਾਂ ਵਿੱਚ ਆਪਾਂ ਹਲਦੀ ਦੇਖਦੇ ਹਾਂ, ਲਸਣ, ਅਦਰਕ ਆਦਿ ਮਸਾਲਿਆਂ ਦੀ ਗੱਲ ਕਰਾਂਗੇ। ਫਿਰ ਆਉਂਦਾ ਹੈਗਾ ਮਾਨਸਿਕ ਤਣਾਅ। ਅਸਲ 'ਚ ਆਪਾਂ ਨਾ ਮਾਨਸਿਕ ਤਣਾਅ ਨੂੰ ਹੀ ਇਕੱਲਾ ਤਣਾਅ ਗਿਣਦੇ ਹਾਂ, ਟੈਨਸ਼ਨ ਜਾਂ ਸਟਰੈਸ ਗਿਣਦੇ ਹਾਂ। ਇਹ ਕਹਿੰਦੇ ਵੀ ਇਹ ਬਾਅਦ 'ਚ ਆਉਂਦਾ ਹੈ। ਜਿਸ ਬਾਰੇ ਸਭ ਤੋਂ ਜ਼ਿਆਦਾ ਗੱਲ ਹੁੰਦੀ ਹੈ, ਹਲਕਾ ਮਾਨਸਿਕ ਤਣਾਅ ਦੇਣ ਨਾਲ ਵੀ ਉਮਰ ਵੱਧਦੀ ਹੈ। ਇੱਕ ਦਿਲਚਸਪ ਪ੍ਰਯੋਗ ਮੇਰੇ ਇੱਕ ਵਿਗਿਆਨੀ ਦੋਸਤ ਵੱਲੋਂ ਕੀਤਾ ਗਿਆ। ਇੱਕ ਚੂਹੇ ਨੂੰ ਕਹਿੰਦਾ ਪਲਾਸਟਿਕ ਦੇ ਡੱਬੇ ਦੇ ਵਿੱਚ ਬੰਦ ਕੀਤਾ ਗਿਆ। ਉਸ ਡੱਬੇ ਉੱਤੇ ਇੱਕ ਬਿੱਲੀ ਬਿਠਾ ਦਿੱਤੀ। ਤੇ ਸਾਇੰਸਦਾਨ ਕਿੱਥੇ ਤੱਕ ਜਾਂਦੇ ਆ। ਜਾਣੀ ਕਿ ਚੂਹੇ ਨੂੰ ਮਾਨਸਿਕ ਤਣਾਅ ਦਿੱਤਾ ਗਿਆ। ਬਾਰ-ਬਾਰ ਇਸ ਕਿਰਿਆ ਨੂੰ ਦੁਹਰਾਉਣ ਤੇ ਦੇਖਿਆ ਗਿਆ ਕਿ ਭੋਜਨ ਲੱਭਣ ਲਈ ਚੂਹੇ ਦੀ ਯਾਦਾਸ਼ਤ ਵੱਧ ਗਈ ਸੀ ਤੇ ਚੂਹਾ ਲੋੜ ਤੋਂ ਵੱਧ ਚੁਸਤ ਹੋ ਗਿਆ ਸੀ। ਸਟਰੈਸ ਆਪਾਂ ਕਹਿੰਦੇ ਮਾੜਾ ਹੁੰਦਾ ਨਾ, ਉਹਨਾਂ ਨੇ ਤਜਰਬਾ ਕੀਤਾ ਕਿ ਚੂਹਾ ਜਿਹੜਾ ਲੋੜ ਤੋਂ ਵੱਧ ਚੁਸਤ ਹੋ ਗਿਆ। ਇਸ ਸਾਰੇ ਵਰਤਾਰੇ ਪਿੱਛੋਂ ਹੌਰਮੇਸਿਸ ਦਾ ਸੰਕਲਪ ਕੰਮ, ਇਹ ਸਾਰੇ ਵਰਤਾਰੇ ਦੇ ਪਿੱਛੇ ਜਾਂ ਮਗਰ ਹੌਰਮੇਸਿਸ ਦਾ ਸਿਧਾਂਤ ਜਾਂ ਸੰਕਲਪ ਕੰਮ ਕਰਦਾ। ਬਾਰ-ਬਾਰ ਹੋਣ ਵਾਲੇ ਹਲਕੇ ਤਣਾਅ ਦੇਣ ਦੇ ਫਾਇਦੇ ਉਸ ਸਿਧਾਂਤ ਦੇ ਵਿੱਚ ਦਰਸਾਏ ਗਏ ਨੇ। ਪਰ ਤਣਾਅ ਦੀ ਮਾਤਰਾ ਕਿੰਨੀ ਕੁ ਹੋਵੇ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਉਸ ਹਾਲਾਤ ਨੂੰ, ਚਾਹੇ ਉਹ ਸਰੀਰਕ ਹੋਵੇ, ਚਾਹੇ ਮਾਨਸਿਕ ਹੋਵੇ, ਮਨੋਵਿਗਿਆਨਕ ਹੋਵੇ, ਜਿਸ ਵਿੱਚ ਹੌਰਮੇਸਿਸ ਵਾਪਰਦਾ ਹੈ, ਉਸ ਹਾਲਾਤ ਨੂੰ ਹੌਰਮੇਟਿਨ ਕਿਹਾ ਜਾਂਦਾ ਹੈ। ਜਿਵੇਂ ਕਸਰਤ ਇੱਕ ਸਰੀਰਕ ਹੌਰਮੇਟਿਨ ਹੈ, ਮਸਾਲੇ ਖੁਰਾਕ ਦਾ ਹੌਰਮੇਟਿਨ ਹੈ, ਵਰਤ ਰੱਖਣਾ ਵੀ ਇਸੇ ਕੈਟਾਗਰੀ 'ਚ ਆਉਂਦਾ ਹੈ। ਹੌਰਮੇਟਿਨ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸ ਸੰਦਰਭ ਵਿੱਚ ਦਵਾਈਆਂ ਦਾ ਉਦਯੋਗ ਵੱਧ ਫੁੱਲ ਰਿਹਾ ਹੈ। ਇਸ ਦੀਆਂ ਬਾਜ਼ਾਰ ਵਿੱਚ ਦਵਾਈਆਂ, ਕੈਪਸੂਲ, ਗੋਲੀਆਂ ਵੀ ਆ ਗਈਆਂ ਹਨ। ਕਹਾਣੀ ਤਾਂ ਅੱਗੇ ਵੀ ਤੁਰੂਗੀ, ਖੈਰ ਵਧੀਆ ਲੱਗਿਆ। ਇਹਨੂੰ ਸ਼ਬਦੀ ਰੂਪ ਦਿੱਤਾ ਹਰੀ ਕ੍ਰਿਸ਼ਨ ਮਾਇਰ ਜੀ ਨੇ ਜਾਂ ਜਸਵੰਤ ਮੋਹਾਲੀ ਜੀ ਨੇ। ਇਹ ਦੋਵੇਂ ਮੇਰੇ ਵਧੀਆ ਵਾਕਫ ਨੇ। ਉਹਨਾਂ ਦਾ ਇਸ ਲਈ ਵੀ ਮੈਂ ਧੰਨਵਾਦ ਕਰਦਾ, ਤਰਕਸ਼ੀਲ ਮੈਗਜ਼ੀਨ ਦੀ ਟੀਮ ਦਾ ਵੀ। ਇਹ ਮੈਗਜ਼ੀਨ ਖੈਰ ਹੈ ਕੰਮ ਦੀ ਚੀਜ਼, ਉਹ ਨਾ ਵੀ ਆ ਗਿਆ ਘਰੇ ਦੇ ਦਿੱਤਾ, ਆਪਾਂ ਚੰਦਾ ਭਰਿਆ ਹੋਇਆ, ਇਹਨੂੰ ਪੜ੍ਹਿਆ ਕਰੋ। ਪੜ੍ਹਨ ਦੇ ਨਾਲ ਤੁਹਾਨੂੰ ਬਹੁਤ ਕੁਛ ਨਵਾਂ ਮਿਲਦਾ ਹੈ। ਫਿਰ ਮੈਂ ਪੜ੍ਹ ਲਿਆ ਸੀ, ਹੁਣ ਦੁਬਾਰਾ ਪੜ੍ਹਿਆ, ਮੈਨੂੰ ਕਈ ਕੁਛ ਮਿਲਿਆ।
ਮੈਂ ਆਸ ਕਰਦਾ ਕਿ ਤੁਸੀਂ ਯਾਰ ਗੱਲ ਕਰੋ। ਆਪਾਂ ਨਾ ਥੋੜ੍ਹਾ ਜਿਹਾ ਇਹ ਟੈਨਸ਼ਨ ਨੇ ਮਾਰ ਲਈ। ਇਹ ਟੈਨਸ਼ਨ ਕੀ ਹੈ, ਕਿਵੇਂ ਹੈ, ਤੁਸੀਂ ਆਪਣਾ ਕਰੋ। ਫਿਰ ਕੋਸ਼ਿਸ਼ ਕਰਾਂਗੇ ਕੋਈ ਤਰਕਸ਼ੀਲ ਦੇ ਵੀ ਛਪਿਆ ਇਹਨਾਂ ਡਾਕਟਰ ਸਾਹਿਬ ਦਾ ਹੋਰ, ਉਹ ਵੀ ਆਪਾਂ ਸ਼ੇਅਰ ਕਰਾਂਗੇ।